ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰਾਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੂਰਹਿ ਸਤ ਅਠ ਤੀਸ ਮਹਿ ਪਾਵਸ ਭਾਦਰੋ ਮਾਸ। ਤੀਜ ਦਇਓ ਸਪਖ ਚਾਂਦਨੋ ਤਜਿਓ ਦੇਹ ਗੁਣ ਰਾਸ। ਸੂਰਹਿ ਸਤ ਅਠ ਤੀਸ ਮਹਿ ਪਾਵਸ ਭਾਦਰੋ ਮਾਸ।
ਤੀਜ ਦਯੋਸ ਪਖ ਚੰਦਨੋ ਤਜਿਓ ਦੇਹ ਗੁਣ ਰਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਗੁਰੂ ਗਰੀਬ ਨਵਾਜ ਨਿਹਚਲ ਚੌਰ ਛਤਰ ਤਖਤ ਕੇ ਮਾਲਕ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਦੀਨਾ ਬੰਧੂ ਭਗਤ ਵਛਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵੱਡੇ ਭਾਗਾਂ ਦੇ ਸਦਕਾ ਪਾਵਨ ਪਵਿੱਤਰ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਆਪਾਂ ਨਿਤਾ ਪ੍ਰਤੀ ਮਾਣਦੇ ਹਾਂ। ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਕੀਰਤ ਵਡਿਆਈ ਸਰਵਣ ਕਰਨ ਵਾਸਤੇ ਆਪ ਸਭ ਸੰਗਤਾਂ ਨਿਤਾ ਪ੍ਰਤੀ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰਦੇ ਹੋ। ਜਥਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਸੁਣਿਆ ਵਿਚਾਰਿਆ ਹੈ ਕਿ ਗੁਰੂ ਰਾਮਦਾਸ ਜੀ ਚੌਜੀ ਪਾਤਸ਼ਾਹ ਮਹਾਰਾਜ ਦੇ ਸੱਚਖੰਡ ਬਿਆਨਾਂ ਕਰਨ ਦੇ ਉਪਰੰਤ ਪੰਜ ਭੌਤਿਕ ਸਰੀਰ ਜੋ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਜਿਵੇਂ ਪਰਮੇਸ਼ਰ ਸਨ ਔਰ ਜੀਵਾਂ ਦੀ ਕਲਿਆਣ ਵਾਸਤੇ ਮਨੁੱਖਾ ਸਰੀਰ ਧਾਰਿਆ। ਤੋ ਜਿਹੜੇ ਪਿੱਛੇ ਸੰਗੀ ਸਿੱਖ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਤਿੰਨਾਂ ਨੇ ਬਹੁਤ ਪ੍ਰੇਮ ਅਦਬ ਸਤਿਕਾਰ ਦੇ ਨਾਲ ਸਤਿਗੁਰਾਂ ਦੇ ਸਰੀਰ ਨੂੰ ਇਸ਼ਨਾਨ ਕਰਵਾਇਆ। ਦਹੀਂ ਨਾਲ ਦਾੜਾ ਕੇ ਸੀ ਇਸ਼ਨਾਨ ਸਤਿਗੁਰਾਂ ਨੂੰ ਕਰਵਾਉਣ ਉਪਰੰਤ ਸੁੰਦਰ ਵਿਮਾਨ ਵਿੱਚ ਬਿਰਾਜਮਾਨ ਕਰਦੇ ਹੋਏ ਬਿਆਸ ਦਰਿਆ ਦੇ ਕੰਢੇ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਸਤਿਗੁਰਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ, ਉਸ ਥਾਂ 'ਤੇ ਵਿਮਾਨ ਲਿਜਾ ਉਤਾਰਾ ਕੀਤਾ ਔਰ ਚੰਦਨ ਦੀ ਸੁੰਦਰ ਵੱਡੀ ਚਿਖਾ ਚਿਣ ਕੇ ਸਤਿਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਹੈ ਉਹ ਪਾਵਨ ਪਵਿੱਤਰ ਅੰਤਮ ਸੰਸਕਾਰ ਕੀਤਾ। ਤੋ ਸਮੇਤ ਸੰਗਤਾਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਮਨ ਵਿੱਚ ਬਹੁਤ ਵੈਰਾਗ ਹੈ। ਵੈਰਾਗ ਇਸ ਗੱਲ ਦਾ ਹੈ ਕਿ ਭਰਾਤਾ ਪ੍ਰਿਥੀ ਚੰਦ ਜੀ ਉਹ ਝਗੜਾ ਕਰਦੇ ਹੈ ਅਤੇ ਪਿਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਬਿਨਾਂ ਸਾਨੂੰ ਹੁਣ ਕਿਹਦਾ ਆਸਰਾ ਹੈ। ਇਸ ਤਰ੍ਹਾਂ ਜਿਹੜਾ ਹੈ ਉਹ ਮਨ ਵਿੱਚ ਵੈਰਾਗ ਆ ਰਿਹਾ ਸਤਿਗੁਰਾਂ ਦੇ। ਉਸ ਤੋਂ ਬਾਅਦ ਜਿਹੜੇ ਹੈ ਸਮੇਤ ਸਿੱਖਾਂ ਦੇ ਸਭ ਸੰਗਤਾਂ ਅੰਤਮ ਸੰਸਕਾਰ ਉਪਰੰਤ ਬੌਲੀ ਸਾਹਿਬ ਦੇ ਪਾਵਨ ਸਥਾਨ ਦੇ ਲਾਗੇ ਸਜੇ ਹੈ। ਬਹਿ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਪਵਿੱਤਰ ਗੁਣਾਂ ਦਾ ਗਾਇਨ ਕਰਦੇ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੈਠਿਆਂ ਬੇਅੰਤ ਸੰਗਤਾਂ ਨਿਤਾ ਪ੍ਰਤੀ ਆਉਂਦੀਆਂ ਹਜ਼ੂਰ ਦੇ ਦਰਸ਼ਨ ਦੀਦਾਰ ਕਰਦੀਆਂ। ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਦੇ ਗੁਣ ਸੋਭਾ ਗਾਉਂਦੇ ਹੈ ਸਿੱਖ ਕਿ ਸਾਨੂੰ ਜੀਵਨ ਜਾਚ ਸੁੱਖ ਆਨੰਦ ਦੀ ਪ੍ਰਾਪਤੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਤੀਕਰ ਕਰਦੇ ਰਹੇ ਹੈ। ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਅਸੀਂ ਹੁਣ ਤੁਹਾਡੇ 'ਚੋਂ ਹੀ ਉਹਨਾਂ ਦਾ ਸਰੂਪ ਵੇਖਦੇ ਹਾਂ ਅਤੇ ਸਾਡੀ ਕਲਿਆਣ ਹੁਣ ਤੁਸਾਂ ਨੇ ਕਰਨੀ ਹੈ। ਇਸ ਤਰ੍ਹਾਂ ਦੀਆਂ ਕੁਝ ਬੇਨਤੀਆਂ ਸਿੱਖ ਸੰਗਤ ਕਰਦੀ ਹੈ। ਮਹਾਰਾਜ ਤੋਂ ਆਗਿਆ ਲੈ ਫਿਰ ਆਪਣੇ ਘਰਾਂ ਨੂੰ
ਚਲੇ ਜਾਂਦੇ ਆ। ਤੋ ਇਹ ਪ੍ਰਸੰਗ ਆਪਾਂ ਜਿਹੜਾ ਹੈ ਕੱਲ ਦੇ ਦੀ ਬਾਣ ਵਿੱਚ ਸੁਣਿਆ ਵਿਚਾਰਿਆ ਹੈ। ਅੱਗੇ ਜਿਵੇਂ ਉਹ ਦੁਸ਼ਹਿਰੇ ਉੱਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੱਗ ਦੀ ਰਸਮ ਹੋਣੀ ਤੇ ਪ੍ਰਿਥੀਏ ਨੇ ਆ ਕੇ ਇੱਥੇ ਗੋਇੰਦਵਾਲ ਵੀ ਝਗੜਾ ਕਰਨਾ, ਉਹ ਪ੍ਰਸੰਗ ਅੱਗੇ ਆਵੇਗਾ। ਆਪ ਸਭ ਸੰਗਤ ਚਿੱਤ ਬਿਰਤੀ ਇਕਾਗਰ ਕਰੋ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰਾਂ ਨੂੰ ਹਿਰਦੇ ਵਸਾਈਏ। ਰਸਨਾ ਕਰੋ ਜੀ ਪਵਿੱਤਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੋਰਹ ਸਤ 38 ਮਹਿ। ਕਵੀ ਜੀ ਦੱਸਦੇ ਆ ਮਿਤੀ ਥਿਤ 1638 ਬਿਕਰਮੀ ਸੰਮਤ ਦਾ ਜੋ ਸਮਾਂ ਹੈ। ਪਾਵਸ ਭਾਦਰੋ ਮਾਸ। ਤੇ ਰੁੱਤ ਪਾਵਸ ਦੀ ਹੈ 6 ਰੁੱਤਾਂ ਚੋਂ ਬਰਸਾਤ ਦੀ ਰੁੱਤ ਦਾ ਜਿਹੜਾ ਦੂਜਾ ਮਹੀਨਾ ਭਾਦਰੋਂ ਮੰਨਿਆ ਜਾਂਦਾ ਹੈ। ਭਾਦਰੋਂ ਦਾ ਮਹੀਨਾ ਹੈ ਬਰਸਾਤ ਦੀ ਰੁੱਤ ਤੇ 1638 ਜਿਹੜਾ ਸਮਾਂ ਹੈ ਤੀਜ ਦਇਓਸ ਪਖ ਚੰਦਨੋ। ਉਹ ਇਸ ਤਰ੍ਹਾਂ ਜਿਹੜਾ ਹੈ ਉਹ ਸਤਿਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਜਿਹੜੇ ਸੱਚਖੰਡ ਗਮਨ ਕਰਨ ਦਾ ਦਿਨ ਹੈ ਤੇ ਤੀਜ ਦਿਓ ਸੀਗਾ ਚਾਂਦਨੀ ਪੱਖ ਦਾ, ਸੁਦੀ ਪੱਖ ਦਾ ਤੀਸਰੀ ਥਿਤ ਮੰਨ ਲਈ ਜਾਵੇ। ਤਜਿਓ ਦੇਹ ਗੁਣ ਰਾਸ। ਗੁਣਾਂ ਦੇ ਖਜ਼ਾਨਾ ਧੰਨ ਗੁਰੂ ਰਾਮਦਾਸ ਸਤਿਗੁਰਾਂ ਨੇ ਇਹ ਸੰਸਾਰ ਤੋਂ ਜਿਹੜਾ ਵੈ ਉਹ ਜੋਤੀ ਜੋਤ ਸਮਾਉਂਦੇ ਹੋਏ ਗੁਰੂ ਗਰੀਬ ਨਵਾਜ ਸੱਚਖੰਡ ਪਿਆਨਾ ਕਰ ਗਏ ਹੈ। ਚੌਪਈ ਤਿਸ ਤੇ ਚੌਥੇ ਦਿਨ ਮਿਲ ਸਾਰੇ। ਤੋ ਸਤਿਗੁਰਾਂ ਤੋਂ ਇਸ ਤਰ੍ਹਾਂ ਜਦੋਂ ਸੱਚਖੰਡ ਗਮਨ ਉਪਰੰਤ ਚੌਥਾ ਦਿਨ ਜਦੋਂ ਆਇਆ, ਚੌਥੇ ਦਿਨ ਉੱਪਰ ਸਾਰੀ ਸੰਗਤ ਮਿਲੀ ਇਕੱਠੀ ਹੋਈ ਹੈ। ਗਮਨੇ ਜਹ ਸਤਿਗੁਰ ਸੰਸਕਾਰੇ। ਜਿੱਥੇ ਸਤਿਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਅੰਤਮ ਸੰਸਕਾਰ ਹੋਇਆ, ਬਿਆਸ ਦੇ ਦਰਿਆ ਕੰਢੇ ਸਭ ਸੰਗਤ ਪਹੁੰਚੀ ਹੈ। ਤਿਸ ਥਲ ਭਸਮ ਰਾਸ ਕੋ ਹੀਰੇ। ਤੇ ਉੱਥੇ ਸਮੂਹ ਜਿਹੜੀ ਉਹ ਭਸਮ ਵੇਖੀ, ਭਾਵ ਸਰੀਰ ਸੰਸਕਾਰ ਉਪਰੰਤ ਜਿਹੜੀ ਵੈ ਉਹ ਸੁਆਹ ਰਾਖ ਡਿੱਠੀ ਹੈ, ਨੇਤਰੀ ਨਜ਼ਰੀ ਪਈ ਹੈ। ਸ਼੍ਰੀ ਅਰਜਨ ਲੋਚਨ ਜਲ ਘੇਰੇ। ਤੇ ਉਹ ਰਾਖ ਵੇਖ ਕੇ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਜੀ ਨੇਤਰਾਂ ਚੋਂ ਜਲ ਵਹਾਉਣ ਲੱਗੇ ਆ। ਸ਼੍ਰੀ ਗੁਰ ਪਿਤਾ ਆਸਰਾ ਮੋਰਾ। ਤੇ ਮਨ ਵਿੱਚ ਵਿਚਾਰਦੇ ਆ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਪਿਤਾ ਜੀ ਸਾਡਾ ਜਿਹੜੇ ਆਸਰੇ ਰੂਪ ਸਨ, ਸਾਡਾ ਵੱਡਾ ਆਸਰਾ ਸੀ। ਦ੍ਰਿਸ਼ਟ ਨ ਪਰਤ ਅਬਹਿ ਕਿਤ ਓਰਾ। ਤੇ ਕਿਸੇ ਪਾਸੇ ਵੀ ਹੁਣ ਸਾਨੂੰ ਉਹ ਆਸਰਾ ਪਿਤਾ ਵਾਲਾ ਆਸਰਾ ਨਹੀਂ ਮਿਲੇਗਾ। ਰਹਿਓ ਇਕਾਕੀ ਬਿਨ ਅਵਲੰਬਾ। ਤੇ ਬਿਨਾਂ ਆਸਰੇ ਤੋਂ ਹੁਣ ਪਿਤਾ ਗੁਰੂ ਰਾਮਦਾਸ ਮਹਾਰਾਜ ਤੋਂ ਬਿਨਾਂ ਅਸੀਂ ਆਸਰੇ ਤੋਂ ਰਹਿਤ ਹੋ ਗਏ ਹਾਂ, ਬਿਨ ਆਸਰੇ ਹੋ ਗਏ, ਕਿਤੋਂ ਆਸਰਾ ਨਹੀਂ ਮਿਲਣਾ ਪਿਤਾ ਵਰਗਾ। ਭਰਾਤਾ ਚਿਤਵਤ ਖੋਟਕ ਤੰਬਾ। ਤੇ ਨਾਲ ਵਿੱਚ ਚਿਤਵਣੀ ਮਨ ਵਿੱਚ ਇਹ ਵੀ ਯਾਦ ਕਰਦੇ ਆ ਵੀ ਭਰਾਤਾ ਜਿਹੜੇ ਉਹ ਖੋਟ ਰੱਖਦੇ ਆ, ਮਨ ਵਿੱਚ ਵੈਰ ਵਿਰੋਧ ਕਰਦੇ ਆ ਤੇ ਭਾਰੀ ਕਲੇਸ਼ ਕਰਨ ਵਾਲੇ ਆ। ਪ੍ਰਿਥੀ ਚੰਦ ਅਪਰ ਨਰਨ ਸਮ ਕਰਤ ਬਿਰਲਾਪਾ। ਉਹ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਹੁਣ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਹੀ ਸਰੂਪ, ਪਰ ਜਿਵੇਂ ਕੋ ਪਿਤਾ ਪੁੱਤ ਦਾ ਰਿਸ਼ਤਾ ਹੁੰਦਾ, ਉਹ ਸੰਸਾਰੀ ਤੌਰ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇੱਕ ਪਿਤਾ ਦਾ ਪੁੱਤਰ ਨੂੰ ਕੀ ਆਸਰਾ ਹੁੰਦਾ, ਉਹ ਸੰਸਾਰੀ ਤੌਰ 'ਤੇ ਜਿਹੜਾ ਵਾ ਨਾ ਯਾਦ ਕਰਕੇ ਤੇ ਉਹ ਕਿਉਂਕਿ ਸਰੂਪ ਇੱਕੋ ਹੀ ਆ। ਹੁਣ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਰਾਮਦਾਸ, ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ, ਧੰਨ ਗੁਰੂ ਅਮਰਦੇਵ ਜੀ ਮਹਾਰਾਜ, ਪਰ ਜਿਵੇਂ ਸੰਸਾਰੀ ਤੌਰ 'ਤੇ ਬਾਹਰੀ ਤੌਰ 'ਤੇ ਜਿਵੇਂ ਇੱਕ ਪਿਤਾ ਨੂੰ ਪੁੱਤਰ ਦਾ ਜੋ ਆਸਰਾ ਹੈ ਉਹ ਜਣਾ ਰਹੇ ਆ ਵੀ ਪਿਤਾ ਦੇ ਆਸਰੇ ਤੋਂ ਬਿਨਾਂ ਜਿਹੜਾ ਵਾ ਉਹ ਪੁੱਤਰ ਨਿਰ ਆਸਰਾ ਹੁੰਦਾ, ਅਵਲੰਬਾ ਹੁੰਦਾ, ਭਾਵ ਬੇਆਸਰਾ ਹੁੰਦਾ ਹੈ। ਭਰਾ ਤਾਂ ਸਾਡੇ ਜਿਹੜੇ ਆ ਉਹ ਖੁਟਾਈ ਕਰਦੇ ਆ, ਝਗੜਾ ਕਰਦੇ ਆ। ਤੋ ਇਸ ਤਰ੍ਹਾਂ ਆਮ ਜਿਵੇਂ ਸਧਾਰਨ ਮਨੁੱਖ ਹੁੰਦਾ ਹੈ ਨਾ, ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵਿਰਲਾਪ ਕਰਦੇ, ਵਿਰਾਗ ਕਰਦੇ ਆ। ਦੇਖਿਓ ਮੋਹਰੀ ਕਰਤ ਸੰਤਾਪਾ। ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਾਮਾ ਲੱਗਦੇ ਆ ਧੰਨ ਬਾਬਾ ਮੋਹਰੀ ਜੀ। ਤਿੰਨਾਂ ਵੇਖਿਆ ਹੈ ਵੀ ਭਾਣਜਾ ਸਾਡਾ ਧੰਨ ਗੁਰੂ ਅਰਜਨ ਦੇਵ ਜੀ ਇਹ ਵਿਰਲਾਪ ਕਰਦੇ, ਪਿਤਾ ਦੀ ਯਾਦ ਅੰਦਰ ਵਿਯੋਗ ਕਰਦੇ,
ਜਾਂ ਵੈਰਾਗ ਕਰ ਰਹੇ ਹਨ। ਧੀਰਜ ਦਿਓ ਬਾਕ ਮ੍ਰਿਦ ਕਹੇ। ਤੇ ਧੀਰਜ ਦਿੰਦੇ ਹੋਏ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਇਸ ਤਰ੍ਹਾਂ ਆਸਰਾ ਦਿੰਦੇ ਹੋਏ ਬਚਨ ਬੋਲੇ ਆ। ਸਤਿਗੁਰ ਪੂਰਨ ਜਹ ਕਹੈ ਅਹੇ। ਇਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਤਾਂ ਪਰਿਪੂਰਨ ਹੈ, ਵਿਆਪਕ ਹੈ, ਜਿੱਥੇ ਕਿੱਥੇ ਸਭ ਥਾਂ ਤੇ ਮੌਜੂਦ ਹਨ। ਧਰ ਸ਼ਰਧਾ ਚਿਤ ਵਹਿ ਜਹ ਕੋਈ। ਜਿੱਥੇ ਮਰਜੀ ਕੋਈ ਸ਼ਰਧਾ ਰੱਖ ਕੇ ਮਨ ਵਿੱਚ ਗੁਰੂ ਰਾਮਦਾਸ ਮਹਾਰਾਜ ਨੂੰ ਚਿਤਵ ਲਵੇ, ਕਿਤੇ ਯਾਦ ਕਰੇ ਭਿੱਜ ਕੇ ਸ਼ਰਧਾ ਨਾਲ। ਆਨ ਸਹਾਇਕ ਤਿਹ ਠਾ ਹੋਈ। ਉਸੇ ਥਾਂ ਹੀ ਗੁਰੂ ਰਾਮਦਾਸ ਜੀ ਸਿੱਖ ਦੇ ਸਹਾਇਕ ਹੋ ਜਾਂਦੇ ਆ, ਮਦਦ ਕਰਦੇ ਹਾਜ਼ਰ ਹੁੰਦੇ ਹਨ। ਅਪਰ ਨਰਨ ਕੋ ਕਰ ਦਿਖਰਾਵੋ। ਤੇ ਤੁਸੀਂ ਹੋਰ ਮਨੁੱਖਾਂ ਵਾਂਗੂ ਭਾਵ ਜਿਵੇਂ ਸਧਾਰਨ ਸੰਸਾਰੀ ਜੀਵ ਹੈ, ਸਾਨੂੰ ਪਤਾ ਹੈ ਵਿਖਾਵੇ ਮਾਤਰ ਤੁਸੀਂ ਉਹ ਸੰਸਾਰੀ ਜੀਵ ਜਿਵੇਂ ਕਰਦੇ ਉਸੇ ਤਰ੍ਹਾਂ ਕਰਕੇ ਵਿਖਾ ਰਹੇ ਹੋ। ਸੋ ਸਰੂਪ ਤੁਮ ਆਪ ਕਹਾਵੋ। ਕਿਉਂਕਿ ਤੁਸੀਂ ਆਪ ਉਹ ਗੁਰੂ ਰਾਮਦਾਸ ਮਹਾਰਾਜ ਜਾਂ ਗੁਰੂ ਨਾਨਕ ਪਾਤਸ਼ਾਹ ਦਾ ਚੌਥਾ ਸਰੂਪ ਗੁਰੂ ਰਾਮਦਾਸ ਜੀ ਸਨ, ਤੇ ਉਹੀ ਗੁਰੂ ਰਾਮਦਾਸ ਮਹਾਰਾਜ ਦਾ ਅਗਲਾ ਪੰਚਮ ਸਰੂਪ ਤੁਸੀਂ ਆਪਦੇ ਆਪ ਨੂੰ ਅਖਵਾਉਂਦੇ ਹੋ, ਜਾਂ ਤੁਸੀਂ ਕਹੇ ਜਾਂਦੇ ਜਾਣੇ ਜਾਂਦੇ ਹੋ। ਸਰਬ ਭਾਂਤ ਕੀ ਸ਼ਕਤ ਤਰੰਤੇ। ਹੇ ਸਤਿਗੁਰੂ ਜੀ, ਤੁਸੀਂ ਸਾਰੇ ਤਰ੍ਹਾਂ ਦੀ ਜਿਹੜੀ ਸ਼ਕਤੀ ਹੈ, ਸਰਬ ਕਲਾ ਸਮਰੱਥ ਹੋ, ਸਭ ਤਰ੍ਹਾਂ ਦੀ ਸ਼ਕਤੀ ਆਪਦੇ ਵਿੱਚ ਧਰਦੇ ਹੋ, ਰੱਖਦੇ ਹੋ। ਸਿੱਖਣ ਸਦਾ ਸਹਾਇ ਕਰੰਤੇ। ਤੇ ਸਦਾ ਸਿੱਖਾਂ ਦੀ ਸਹਾਇਤਾ ਕਰਨ ਵਾਲੇ ਹੋ ਆਪ ਜੀ। ਇਤਿਆਦਿਕ ਕਹਿ ਧੀਰਜ ਦੀਨੇ। ਇਸ ਤਰ੍ਹਾਂ ਹੋਰ ਵੀ ਬਚਨ ਕਰਕੇ ਮਿੱਠੇ ਬਚਨ ਬੋਲੇ ਆ ਬਾਬਾ ਮੋਹਰੀ ਜੀ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਐਸਾ ਧਰਵਾਸ ਦੇ ਰਹੇ ਹਨ। ਪੁਨ ਮਿਲ ਗੁਰੂ ਫੂਲ ਸਭ ਬੀਨੇ। ਉਹਨਾਂ ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਸਭ ਸੰਗਤਾਂ ਰਲ ਮਿਲ ਕਰਕੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਅੰਗੀਠਾ ਹੈ, ਉਹਦੀ ਸੰਭਾਲ ਕੀਤੀ ਹੈ, ਅੰਗੀਠਾ ਸਾਂਭਿਆ ਹੈ। ਸਰਬ ਕਿਰਿਆ ਕਰ ਆਛੀ ਭਾਂਤ। ਫੁੱਲਾਂ ਦੀ ਜਿਹੜੀ ਸਾਰੀ ਕਿਰਿਆ ਹੈ ਬਹੁਤ ਵਧੀਆ ਤਰੀਕੇ ਨਾਲ ਅੱਛੀ ਭਾਂਤ ਪ੍ਰੇਮ ਨਾਲ ਕਰਨਾ ਕੀਤੀ ਹੈ। ਆਏ ਪੁਰ ਕਹਿ ਜਸ ਅਵਦਾਤ। ਤੇ ਇਥੋਂ ਗੁਰੂ ਅਰਜਨ ਦੇਵ ਰਾਮਦਾਸ ਮਹਾਰਾਜ ਦੀ ਵਡਿਆਈ ਕਰਦੀਆਂ ਹੋਈਆਂ ਸੰਗਤਾਂ ਗੋਇੰਦਵਾਲ ਇੱਥੇ ਸਥਾਨ ਤੇ ਪਹੁੰਚ ਗਏ ਸਤਿਗੁਰਾਂ ਦੇ ਘਰ। ਸ਼੍ਰੀ ਅੰਮ੍ਰਿਤਸਰ ਕੋ ਨਰ ਗਇਓ। ਤੇ ਇਸ ਤਰ੍ਹਾਂ ਫਿਰ ਕੋਈ ਇੱਥੋਂ ਮਨੁੱਖ ਸੀ ਜਿਹੜਾ ਇੱਥੇ ਗੋਇੰਦਵਾਲ ਸਾਹਿਬ ਆਇਆ ਹੋਇਆ ਸੀ, ਕਿੰਨੇ ਦਿਨਾਂ ਤੋਂ ਹੈ, ਅੰਮ੍ਰਿਤਸਰ ਸਾਹਿਬ ਦਾ ਸੀ। ਉਹ ਜਦੋਂ ਵਾਪਸ ਮੁੜ ਕੇ ਇੱਥੋਂ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਪਹੁੰਚਿਆ ਹੈ, ਪ੍ਰਿਥੀਏ ਸਭ ਬਿਰਤਾਂਤ ਸੁਨ ਲਿਓ। ਤੇ ਉਹਨੇ ਜਾ ਕੇ ਪ੍ਰਿਥੀ ਚੰਦ ਨੂੰ ਸਾਰੀ ਗੱਲ ਸੁਣਾਈ ਹੈ। ਗੁਰੂ ਰਾਮਦਾਸ ਮਹਾਰਾਜ ਦੇ ਸੱਚਖੰਡ ਜਾਣੇ ਦੀ ਸਾਰੀ ਵਾਰਤਾ ਪ੍ਰਿਥੀ ਚੰਦ ਨੂੰ ਜਾ ਦੱਸੀ ਹੈ। ਇੱਕ ਨਿਸ ਬਸ ਕੈ ਗੋਇੰਦਵਾਲ। ਇਹ ਦੱਸਿਆ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇੱਥੋਂ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਗਏ ਹੈ, ਇੱਕ ਰਾਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਸ ਕੇ ਰਹਿ ਕਰਕੇ ਤਨ ਤਜ ਗਏ ਬਿਕੁੰਠ ਕਿਰਪਾਲ। ਤੇ ਅਗਲੇ ਦਿਨ ਜਿਹੜੇ ਆ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਰੀਰ ਤਿਆਗ ਗਏ, ਸੱਚਖੰਡ ਗਮਨ ਕਰ ਗਏ ਆ। ਸ਼੍ਰੀ ਅਰਜਨ ਕਰ ਨਿਜ ਸੰਸਕਾਰੇ। ਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਜਾਂ ਤੁਹਾਡੇ ਇਹ ਪ੍ਰਿਥੀ ਚੰਦ ਜੀ ਛੋਟੇ ਭਰਾਤਾ ਸ਼੍ਰੀ ਅਰਜਨ ਦੇਵ ਜੀ ਨੇ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਪ੍ਰੇਮ ਨਾਲ ਆਪਣੇ ਹੱਥੀਂ ਕੀਤਾ ਹੈ। ਅਪਰ ਕਿਰਿਆ ਕੀਨ ਸਿਹਤ ਧਾਰੇ। ਤੇ ਬੜਾ ਪ੍ਰੇਮ ਧਾਰ ਕੇ ਹੋਰ ਵੀ ਬਾਕੀ ਕਿਰਿਆ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਰਥਾਏ ਕੀਤੀ ਹੈ। ਚਿਤ ਚਟਪਟੀ ਸੁਨਤ ਹੋਏ ਆਈ। ਤੇ ਸੁਣਦਿਆਂ ਸਾਰੀ ਪ੍ਰਿਥੀ ਚੰਦ ਦੇ ਹਿਰਦੇ ਨੂੰ ਅੱਗ ਲੱਗੀ ਵੀ ਇਹ ਕਿਵੇਂ ਹੋ ਸਕਦਾ ਹੈ। ਮਨ ਵਿੱਚ ਇਸ ਤਰ੍ਹਾਂ ਅਟਪਟੀ ਜੀ ਬਣੀ ਹੈ, ਚਿੰਤਾ ਜੀ ਕਾਹਲੀ ਜੀ ਪਈ ਹੈ। ਚੜਿਓ ਤੁਰੰਗ ਪੰਥ ਪਗ ਪਾਈ। ਤੇ ਘੋੜੇ ਉੱਪਰ ਚੜਿਆ, ਪਾਇਆ ਰਕਾਬ ਵਿੱਚ ਪੈਰ, ਤੇ ਘੋੜਾ ਆਪਣਾ ਜਿਹੜਾ ਹੈ ਉਹ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਦੇ ਰਸਤੇ ਪਾ ਲਿਆ ਹੈ। ਕਰਮ ਆਦਿਕ ਕੀ ਕਰ ਤਿਆਰੀ। ਤੇ ਅੱਗੇ ਪ੍ਰਿਥੀ ਚੰਦ ਪਹੁੰਚਿਆ ਤੁਰਿਆ, ਤੇ ਮਗਰੇ ਬੀਬੀ ਕਰਮੋ ਹੈ, ਇਹ ਵੀ ਪ੍ਰਿਥੀ ਚੰਦ ਵਾਂਗੂ ਵੱਡੀ ਕਲੇਸ਼ਣ ਹੈ, ਇਹਨੇ ਵੀ ਨਾਲ ਤਿਆਰੀ ਕੀਤੀ ਹੈ। ਤੇ ਮਾਈਆਂ ਲੈ ਕਰਕੇ ਕੁਝ ਕੁ ਤਿਆਰੀ ਕਰ ਲਈ ਜਾਣ ਦੀ ਗੋਇੰਦਵਾਲ ਸਾਹਿਬ। ਗਮਨੀ ਮਾਰਗ ਸਕਲ ਪਿਛਾਰੀ। ਤੇ ਸਾਰਿਆਂ ਤੋਂ ਪਿੱਛੋਂ ਇਹ ਬੀਬੀ ਕਰਮੋ ਵੀ ਪ੍ਰਿਥੀ ਚੰਦ ਦੇ ਘਰੋਂ ਮਾਈ ਜਿਹੜੀ ਹੈ
ਇਹ ਵੀ ਗੋਇੰਦਵਾਲ ਪਹੁੰਚੀ ਸਮੇਤ ਆਪਣੀਆਂ ਦਾਸੀਆਂ ਦੇ ਮਾਈਆਂ ਦੇ। ਗੋਇੰਦਵਾਲ ਪਹੁੰਚਿਓ ਆਈ। ਉਹ ਇਸ ਤਰ੍ਹਾਂ ਪ੍ਰਿਥੀ ਚੰਦ ਦਾ ਟੱਬਰ ਜਿਹੜਾ ਵਾ ਇਹ ਵੀ ਗੋਇੰਦਵਾਲ ਜਾ ਪਹੁੰਚਿਆ ਹੈ। ਦੇਖੇ ਲੋਕ ਮਿਲੇ ਸਮੁਦਾਈ। ਤੇ ਜਦੋਂ ਵੇਖਿਆ ਜਾ ਕੇ ਵੀ ਬੜਾ ਇਕੱਠ ਹੈ ਸਿੱਖਾਂ ਦਾ, ਬਹੁਤ ਸਿੱਖ ਜਿਹੜੇ ਆ ਇੱਥੇ ਗੋਇੰਦਵਾਲ ਸਾਹਿਬ ਇਕੱਤਰ ਹੋਏ ਹਨ। ਮਹਾਦੇਵ ਹੈ ਸੰਗ ਸੋ ਆਇਓ। ਤੇ ਨਾਲ ਬਾਬਾ ਪ੍ਰਿਥੀ ਚੰਦ ਜੀ ਆਪਣੇ ਛੋਟੇ ਭਰਾਤਾ ਬਾਬਾ ਮਹਾਦੇਵ ਜੀ ਨੂੰ ਲੈ ਕੇ ਆਏ ਆ। ਉਤਰੇ ਬਹਿਰ ਨੇ ਨੀਰ ਦ੍ਰਿਗ ਛਾਇਓ। ਤੇ ਉਤਰਦਿਆਂ ਸਾਰੀ ਘੋੜੀ ਤੋਂ ਬਾਬਾ ਪ੍ਰਿਥੀ ਚੰਦ ਜੀ ਉਹ ਝੂਠਾ ਹੀ ਨੇਤਰਾਂ ਚੋਂ ਜਲ ਵਹਾਉਣ ਲੱਗ ਪਏ ਆ, ਬਾਹਰੋਂ ਦੂਰੋਂ ਹੀ। ਛਲ ਤੇ ਰੋਦਤ ਕ੍ਰੋਧ ਬਧਾਇਓ। ਤੇ ਉਹ ਪ੍ਰੇਮ ਕਵੀ ਜੀ ਕਹਿੰਦੇ ਨੇ ਮਨ ਵਿੱਚ ਨਹੀਂ ਹੈ ਪ੍ਰਿਥੀ ਚੰਦ ਦੇ, ਤੋ ਪ੍ਰੇਮ ਕੋਈ ਹੈ ਨਹੀਂ, ਬਸ ਉਹ ਜਿਵੇਂ ਛਲ ਫਰੇਬ ਕਰਨ ਵਾਸਤੇ ਬੜੇ ਗਲੇਡੂ ਜੇ ਕੇਰਦਾ ਮਗਰਮੱਛ ਵਾਂਗੂ। ਤੇ ਉਹ ਮਨ ਵਿੱਚ ਗੁੱਸਾ ਕ੍ਰੋਧ ਇਹਦੇ ਹੋਰ ਹੀ ਆ, ਉਹ ਗੁਰਤਾ ਗੱਦੀ ਵਾਲਾ ਗੁੱਸਾ ਕ੍ਰੋਧ ਇਹ ਆ ਵੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਖਤ ਕਿਉਂ ਦਿੱਤਾ ਪਿਤਾ ਜੀਆਂ। ਤੋ ਕ੍ਰੋਧ ਮਨ ਵਿੱਚ ਹੋਰ ਹੈ ਤੇ ਉਹ ਛਲੀਆ ਜਿਹਾ ਬਣ ਕੇ ਨੇਤਰਾਂ ਚੋਂ ਜਲ ਕੇਰਦਾ ਹੈ। ਸਭਿਨ ਸੁਨਾਵਤ ਊਚ ਅਲਾਇਓ। ਤੇ ਦੂਰੋਂ ਹੀ ਫਿਰ ਜਦੋਂ ਸੰਗਤ ਵੇਖੀ ਇੱਥੇ ਆਈ ਹੋਈ, ਉੱਚੀ ਉੱਚੀ ਦੂਰੋਂ ਹੀ ਸੁਣਾਉਂਦਾ ਆਉਂਦਾ ਹੈ। ਗੋਇੰਦਵਾਲ ਨਾਲੇ ਮਹਾਰਾਜ ਦੇ ਘਰ ਵੜਿਆ ਆਉਂਦਾ ਬੌਲੀ ਸਾਹਿਬ ਨੂੰ, ਉੱਚੀ ਉੱਚੀ ਆਵਾਜ਼ਾਂ ਦਿੰਦਾ ਮਾਰਦਾ ਆਉਂਦਾ ਹੈ ਹਾਕਾਂ। ਗੁਰਤਾ ਤਿਲਕ ਭਲੋ ਇਨ ਪਾਇਓ। ਕਹਿੰਦੇ ਲਓ ਸੰਗਤ ਜੀ, ਆ ਅਰਜਨ ਦੇਵ ਨੇ ਹੁਣ ਤਾਂ ਫਿਰ ਚੰਗਾ ਹੀ ਤਿਲਕ ਲੈ ਲਿਆ ਹੋਣਾ ਹੈ, ਚੰਗੀ ਗੁਰਿਆਈ ਪ੍ਰਾਪਤ ਕੀਤੀ ਹੈ। ਦੋਏ ਦਿਨ ਬਿਤੇ ਨਾ ਬਿਸ ਕੋ ਖਵਾਇਓ। ਵੀ ਵੇਖੋ 2 ਦਿਨ ਵੀ ਨਹੀਂ ਪਿਤਾ ਜੀ ਨੂੰ ਕੱਢਣ ਦਿੱਤਾ ਗੁਰਿਆਈ ਮਿਲਣ ਤੋਂ ਬਾਅਦ, 2 ਦਿਨ ਹੀ ਅਜੇ ਹੋਏ ਆ ਤੇ ਜ਼ਹਿਰ ਦੇ ਕਰਕੇ ਪਿਤਾ ਜੀ ਨੂੰ ਇਹਨਾਂ ਮਾਰ ਦਿੱਤਾ ਹੈ। ਪੁਜਵਾਵਨ ਕੋ ਲਾਲਚ ਕਰਕੇ। ਕਿਉਂਕਿ ਪੂਜਾ ਦਾ ਲਾਲਚ ਕੀਤਾ ਅਰਜਨ ਦੇਵ ਨੇ ਵੀ ਮੇਰੀ ਪੂਜਾ ਹੋਵੇ, ਮੈਨੂੰ ਲੋਕ ਪੂਜਣ, ਤੇ ਕਾਹਲੀ ਕੀਤੀ ਹੈ ਵੀ ਖਰੇ ਕਦੋਂ ਅਰਜਨ ਦੇਵ ਗੁਰੂ ਰਾਮਦਾਸ ਜੀ ਮਹਾਰਾਜ ਸੱਚਖੰਡ ਗਮਨ ਕਰਨਗੇ, ਇਸ ਲਈ ਗੋਇੰਦਵਾਲ ਲੈ ਆਇਆ ਤੇ ਇੱਥੇ ਲਿਆ ਕੇ 2 ਦਿਨ ਵੀ ਨਹੀਂ ਕੱਢਣ ਦਿੱਤੇ ਗੁਰਤਾ ਮਿਲਣ ਤੋਂ ਬਾਅਦ। ਆ ਦੂਜੇ ਦਿਨ ਹੀ ਜ਼ਹਿਰ ਦੇ ਕੇ ਗੁਰੂ ਰਾਮਦਾਸ ਸੱਚੇ ਪਿਤਾ ਸਾਡੇ ਪਾਤਸ਼ਾਹ ਪਿਤਾ ਜੀ ਨੂੰ ਇਹਨਾਂ ਨੇ ਜਿਹੜਾ ਵਾ ਉਹ ਸੱਚਖੰਡ ਗਮਨ ਕਰਵਾ ਦਿੱਤਾ ਹੈ। ਮਾਰਿਓ ਪਿਤਾ ਕਪਟ ਕੋ ਧਰਕੈ। ਮਨ ਵਿੱਚ ਧੋਖਾ ਰੱਖ ਕੇ ਅਰਜਨ ਦੇਵ ਨੇ ਸਾਡੇ ਛੋਟੇ ਭਰਾਤਾ ਨੇ ਸਾਡੇ ਪਿਤਾ ਨੂੰ ਮਰਵਾ ਦਿੱਤਾ ਜਾਂ ਮਾਰ ਦਿੱਤਾ, ਜ਼ਹਿਰ ਦਿੱਤਾ ਹੈ। ਇਸ ਵਿਦ ਤੇ ਨਹਿ ਗੁਰ ਬਨ ਜਾਹੈ। ਤੇ ਨਾਲੇ ਕਹਿੰਦਾ ਹਾਂ ਐ ਨਹੀਂ ਗੁਰੂ ਬਣਿਆ ਜਾਂਦਾ, ਵੀ ਐ ਭਲਾ ਅਰਜਨ ਦੇਵ ਗੁਰੂ ਬਣ ਜਾਵੇਗਾ, ਪਿਤਾ ਨੂੰ ਜ਼ਹਿਰ ਦੇ ਕੇ ਮਾਰ ਕੇ ਐ ਨਹੀਂ ਗੁਰੂ ਬਣ ਸਕੇਗਾ। ਘੋਰ ਪਾਪ ਕੋ ਫਲ ਇਹੋ ਪੈ ਹੈ। ਜਿਹੜਾ ਘੋਰ ਪਾਪ ਕੀਤਾ ਨਾ ਸਾਡੇ ਭਰਾਤਾ ਛੋਟੇ ਅਰਜਨ ਦੇਵ ਨੇ, ਇਹਦਾ ਫਲ ਜ਼ਰੂਰ ਇਹਨੂੰ ਮਿਲੇਗਾ। ਘੋਰ ਕੀਤੇ ਹੋਏ ਗੁਨਾਹ ਦਾ ਪਾਪ ਦਾ ਫਲ ਜ਼ਰੂਰ ਮਿਲੇਗਾ, ਪ੍ਰਾਪਤ ਕਰੇਗਾ। ਵਸਤ ਪਾਏ ਜੋ ਹੋਏ ਅਧਿਕਾਰੀ। ਵੀ ਇਹ ਵਸਤੂ ਜਿਹੜੀ ਭਾਵ ਗੁਰਿਆਈ ਪਿਤਾ ਦੇ ਪਾਸੋਂ ਵਸਤੂ ਤਾਂ ਉਹ ਪ੍ਰਾਪਤ ਕਰਦਾ ਹੁੰਦਾ ਜਿਹੜਾ ਅਧਿਕਾਰੀ ਹੋਵੇ ਇਸ ਵਸਤੂ ਦਾ। ਇਹ ਰੀਤ ਹੈ ਸਕਲ ਮਝਾਰੀ। ਇਹ ਸਾਰੀਆਂ ਕੁਲਾਂ ਦੀ ਰੀਤੀ ਹੈ, ਮਾਨਵਤਾ ਸਮਾਜ ਵਿੱਚ ਇਹ ਰੀਤ ਬਣੀ ਹੋਈ ਵੀ ਪਿਤਾ ਦੀ ਜਿਹੜੀ ਵਸਤੂ ਹੈ ਨਾ ਕੋਈ, ਉਹ ਵੱਡਾ ਪੁੱਤਰ ਲੈਂਦਾ ਹੈ, ਵੱਡਾ ਪੁੱਤਰ ਅਧਿਕਾਰੀ ਹੁੰਦਾ ਹੈ। ਪਿਤ ਅਰੋਗ ਬਲਵਾਨ ਅਛੇਰੇ। ਫਿਰ ਇਸ ਤਰ੍ਹਾਂ ਉਹ ਗੱਲਾਂ ਹੈ ਛਲੀਆ ਨਾ, ਫਿਰ ਉਹ ਸੰਗਤ ਨੂੰ ਸੁਣਾਉਂਦਾ, ਗੱਲਾਂ ਵਲ ਵਲ ਕੇ ਕੱਢਦਾ। ਕਹਿੰਦਾ ਵੇਖੋ ਜੀ ਵੀ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਇੱਥੋਂ ਤੁਰੇ ਅੰਮ੍ਰਿਤਸਰ ਸਾਹਿਬ ਤੋਂ ਤਾਂ ਚੰਗੇ ਭਲੇ ਸਨ, ਸਰੀਰ ਪੂਰਾ ਬਲ ਵਾਲਾ ਹੈ, ਚੰਗੇ ਭਲੇ ਨਿਰੋਗ ਸੀ, ਕੋਈ ਰੋਗ ਨਹੀਂ ਸੀ ਸਾਡੇ ਪਿਤਾ ਨੂੰ। ਅਤ ਪ੍ਰਸੰਨ ਮਨ ਤਨ ਤਿਸ ਬੇਰੇ। ਤੇ ਉਹ ਮਨ ਤਨ ਕਰਕੇ ਬੜੇ ਖੁਸ਼ ਸੀ ਅਖੇ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਤੁਰੇ ਆ। ਪਾਈਏ ਨੇ ਸਾਰੀ ਰਾਤ ਕਲੇਸ਼ ਰੱਖਿਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਿਆਈ ਦਿੱਤੀ ਗੁਰੂ ਰਾਮਦਾਸ ਸਤਿਗੁਰਾਂ ਨੇ। ਤੇ ਉਹ ਆਪਾਂ ਸੁਣਿਆ ਹੀ ਆ ਵੀ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨਾਲ ਜਾ ਆਡਾ ਲਾਇਆ ਪ੍ਰਿਥੀਏ ਨੇ। ਜਦੋਂ ਬਾਬਾ ਬੁੱਢਾ ਸਾਹਿਬ ਜੀਆਂ ਪੱਲਾ ਝਾੜਿਆ ਵੀ ਤੁਸੀਂ ਜਾਣੋ ਗੁਰੂ ਪਿਤਾ ਗੁਰੂ ਰਾਮਦਾਸ ਜਾਣਨ, ਵੀ ਜੇ ਪ੍ਰਿਥੀ ਚੰਦ ਜੀ ਤੁਸੀਂ ਕਿਸੇ ਕਰਤੂਤ ਦੇ ਮਾਲਕ ਹੁੰਦੇ ਗੁਰਿਆਈ ਤੁਹਾਨੂੰ ਮਿਲ ਜਾਂਦੀ, ਤੋ ਗੁਣ ਤੁਹਾਡੇ ਵਿੱਚ ਕੋਈ ਹੈ ਨਹੀਂ, ਤਖਤ ਵੱਡਾ ਭਾਲ ਦਿਓ, ਸੇਵਾ ਥੋੜ੍ਹੀ ਮੰਗਣ ਬਹੁਤਾ। ਤੇ ਇਸ ਤਰ੍ਹਾਂ ਸੁਣ ਕੇ ਫਿਰ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਕੋਲ ਘਰ ਪਹੁੰਚਿਆ ਸੀ। ਫਿਰ ਬੜਾ ਝਗੜਾ ਕੀਤਾ ਤੋ ਮਹਾਰਾਜ ਨੇ ਬਚਨ ਵੀ ਉਚਾਰੇ, ਕਾਹੇ ਪੂਤ ਝਗਰਤ ਹਉ ਸੰਗ ਬਾਪ। ਤੋ ਫਿਰ ਵੀ ਟਲਿਆ ਨਾ, ਵੀ ਸਾਰੀ ਰਾਤ ਹੀ ਮਹਾਰਾਜ ਦੇ ਨਾਲ ਇਹਨੇ ਝਗੜਾ ਕੀਤਾ ਸੀ ਜਿਸ ਦਿਨ ਗੁਰਿਆਈ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਤਿਗੁਰਾਂ ਬਖਸ਼ੀ ਹੈ। ਤੇ ਹੁਣ ਇੱਥੇ ਸੰਗਤ ਨੂੰ ਉਹ ਛਲ ਕਰਦਾ, ਕਹਿੰਦਾ ਜੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਆਏ ਆ ਨਾ ਗੁਰੂ ਰਾਮਦਾਸ ਜੀ ਬੜੇ ਖੁਸ਼ ਸਨ, ਅਖੇ ਖੁਸ਼ੀ ਖੁਸ਼ੀ ਇੱਥੇ ਆਏ ਸੀ ਗੋਇੰਦਵਾਲ ਸਾਹਿਬ
ਤੇ ਬੜੇ ਆਨੰਦ ਵਿੱਚ ਸੀ, ਮਨ ਤਨ ਕਰਕੇ ਬੜੇ ਖੁਸ਼ ਸਨ, ਪ੍ਰਸੰਨ ਸਨ। ਆਵਤ ਇੱਕ ਦਿਨ ਮਹਿ ਕਿਆ ਤੇ ਹੋਇਓ। ਮਹਾਰਾਜ ਆਏ ਤਾਂ ਸੀ ਵੀ ਜੋਤੀ ਜੋਤ ਸਮਾਉਣ ਦਾ ਸਮਾਂ ਹੈ, ਤੇ ਪ੍ਰਿਥੀ ਚੰਦ ਨੇ ਕਲੇਸ਼ ਨਹੀਂ ਛੱਡਣਾ। ਸੰਗਤਾਂ ਦੇ ਵਿੱਚ ਇੱਥੇ ਬਖੇੜਾ ਖੜਾ ਕਰੇਗਾ, ਪਵਾੜੇ ਪਾਵੇਗਾ। ਸ਼ਾਂਤੀ ਜਿਹੜੀ ਵੈ ਉਹ ਮਨ ਵਿੱਚ ਲੋਚਦੇ। ਗੁਰੂ ਰਾਮਦਾਸ ਮਹਾਰਾਜ ਜੀ ਇੱਧਰ ਆ ਗਏ ਸੀ ਗੋਇੰਦਵਾਲ ਸਾਹਿਬ। ਹੁਣ ਇਹ ਕਹਿੰਦਾ ਪਿਆ ਇੱਥੇ ਗੋਇੰਦਵਾਲ ਸਾਹਿਬ ਆ ਕੇ ਸਤਿਗੁਰਾਂ ਦੇ ਸੱਚਖੰਡ ਗਮਨ ਕਰਨ ਤੋਂ ਬਾਅਦ ਵੀ ਸਤਿਗੁਰੂ ਰਾਮਦਾਸ ਜੀ ਤਾਂ ਖੁਸ਼ੀ ਖੁਸ਼ੀ ਇੱਥੇ ਬੜੇ ਆਏ ਆ, ਬੜੇ ਮਨ ਤਣ ਕੇ ਖੁਸ਼ ਸੀਗੇ ਉੱਥੋਂ ਜਦੋਂ ਆਏ ਆ। ਤੇ ਐਂ ਕਿਵੇਂ ਹੋ ਸਕਦਾ ਵੀ ਅਰੋਗ ਸਨ ਸਾਡੇ ਪਿਤਾ ਜੀ, ਤੇ ਇੱਥੇ ਆ ਕੇ 2 ਦਿਨ ਬਾਅਦ ਹੀ ਉਹ ਅਕਾਲ ਚਲਾਣਾ ਕਰ ਗਏ ਹੋਣ। ਇਸ ਤਰ੍ਹਾਂ ਬਚਨ ਬੋਲ ਰਿਹਾ ਹੈ ਵੀ ਇੱਕ ਦਿਨ ਵਿੱਚ ਹੀ ਇਹ ਕੀ ਬਣ ਗਿਆ, ਕੀ ਕੀਤਾ ਅਰਜੁਨ ਦੇਵ ਨੇ। ਬਿਖ ਬਿਨ ਮ੍ਰਿਤ ਕਾਰਨ ਨਹਿ ਕੋਇਓ। ਜਾਣ ਲਓ ਸਾਰੀ ਸੰਗਤ ਵੀ ਜ਼ਹਿਰ ਦਿੱਤੇ ਬਿਨਾ ਸਾਡੇ ਪਿਤਾ ਜੀ ਦੀ ਮੌਤ ਦਾ ਹੋਰ ਕੋਈ ਕਾਰਨ ਨਹੀਂ। ਸੱਚ ਜਾਣੋ ਸਾਰੇ, ਅਰਜੁਨ ਦੇਵ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੂੰ ਜ਼ਹਿਰ ਬਿਓ ਦਿੱਤੀ ਹੈ। ਬ੍ਰਿਧ ਆਦਿਕ ਪੱਖੀ ਇਸ ਭਏ। ਫਿਰ ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਵਰਗੇ ਵੀ ਅਰਜੁਨ ਦੇਵ ਦੇ ਪੱਖੀ ਹੋ ਰਹੇ ਆ, ਅਰਜੁਨ ਦੇਵ ਦੇ ਪੱਖੀ ਬਣੇ ਬੈਠੇ ਆ, ਥੰਮ ਬਣਦੇ ਆ। ਕਿਸ ਕੋ ਤਰਾਸ ਨਹੀਂ ਮਨ ਕਏ। ਤੇ ਇਸ ਤਰ੍ਹਾਂ ਕਿਸੇ ਦਾ ਡਰ ਨਹੀਂ। ਵੇਖੋ ਜੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਨਾਲ ਰਲੇ ਹੋਏ ਐ ਇਸ ਅਰਜੁਨ ਦੇਵ ਦੇ, ਤੇ ਕਿਸੇ ਦਾ ਡਰ ਭੈ ਨਹੀਂ ਕਰਦੇ ਹਨ। ਤਬੈ ਮੋਹਰੀ ਨੇ ਤਿਹ ਕਹਿਓ। ਪ੍ਰਿਥੀ ਚੰਦ ਤੋਂ ਡਰਦਾ ਹੋਇਆ ਹੋਰ ਤਾਂ ਕੋਈ ਬੋਲਿਆ ਨਹੀਂ ਸੰਗਤ ਵਿੱਚ। ਤੇ ਪ੍ਰਿਥੀ ਚੰਦ ਦੇ ਮਾਮਾ ਲੱਗਦੇ ਆ ਬਾਬਾ ਮੋਹਰੀ ਜੀ, ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ। ਇਹ ਸਮੇਂ ਫਿਰ ਇਹਨਾਂ ਉਹ ਬੋਲੇ ਆ, ਪ੍ਰਿਥੀ ਚੰਦ ਨੂੰ ਟੋਕਿਆ ਹੈ। ਕਾਰਨ ਬਿਨਾ ਕ੍ਰੋਧ ਕਿਮ ਲਹਿਓ। ਕਹਿੰਦੇ ਉਹ ਪ੍ਰਿਥੀ ਚੰਦ ਵੀ ਬਿਨਾਂ ਕਾਰਨ ਤੋਂ ਹੁਣ ਕਿਉਂ ਇੱਥੇ ਰੌਲਾ ਪਾਇਆ ਹੋਇਆ, ਕੋਈ ਗੱਲ ਹੈ ਨਹੀਂ, ਬਿਨਾਂ ਕਾਰਨ ਤੋਂ ਹੀ ਤੂੰ ਕ੍ਰੋਧ ਕਰ ਰਹੇ ਆ, ਐਵੇਂ ਮੱਥੇ ਵੱਟ ਪਾਏ ਆ, ਲੋਹਾ ਲਾਖਾ ਹੁੰਨਾ। ਮਿਲਹਾ ਸਬਨ ਮਹਿ ਮ੍ਰਿਦਲ ਉਚਾਰ। ਮਿੱਠਾ ਬੋਲ। ਆ ਸੰਗਤ ਆਈ ਹੈ, ਇਹਨਾਂ ਦੇ ਨਾਲ ਮਲਾਪ ਰੱਖ। ਵੇਖ ਹੋਇਆ ਕੀ ਹੋਇਆ ਵੀ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ ਹੈ, ਤੇ ਤੂੰ ਕੀ ਬਖੇੜੇ ਖੜੇ ਕਰਦਾ। ਸੰਗਤ ਆਈ ਹੋਈ ਹੈ, ਸਾਰੀ ਸੰਗਤ ਨਾਲ ਮਿਲ ਬੈਠ ਤੇ ਕੋਈ ਚੰਗਾ ਬਚਨ ਮੂੰਹੋਂ ਕੱਢਣਾ ਕਰ। ਹੋ ਇਕਾਕੀ ਕਰ ਲਿਹੁਰਾਰ। ਅੰਮ੍ਰਿਤਸਰ ਜਾਈ ਜਦੋਂ, ਫਿਰ ਇੱਥੋਂ ਸੰਗਤ ਚਲੀ ਜਾਣ ਦੇ। ਜਦੋਂ ਅੰਮ੍ਰਿਤਸਰ ਜਾਏਗਾ ਨਾ ਤੇ ਫਿਰ ਤੂੰ ਜਿਹੜੀ ਉਹ ਮਨ ਦੀ ਕੱਢਣੀ ਆ ਉਹ ਗੁੱਬ ਗੁਬਾਰ, ਉੱਥੇ ਕਸਰਾਂ ਜਿਹੜੀਆਂ ਅੰਮ੍ਰਿਤਸਰ ਸਾਹਿਬ ਕੱਢ ਲੈਣਾ ਕਰੀ। ਮਧਰ ਬਾਕ ਤੇ ਬਰਜਨ ਕਰਿਓ। ਇਸ ਤਰ੍ਹਾਂ ਮਿੱਠੇ ਜੇ ਬੋਲ ਬੋਲ ਕੇ ਨਾ ਤਰੀਕੇ ਦੇ ਨਾਲ ਬਾਬਾ ਮੋਹਰੀ ਜੀਆਂ ਨੇ ਇਹਨੂੰ ਟੋਕ ਦਿੱਤਾ ਹੈ ਪ੍ਰਿਥੀ ਚੰਦ ਨੂੰ। ਦ੍ਰਿਗ ਜਲ ਧਰਿਓ ਕਪਟ ਕੋ ਭਰਿਓ। ਤੇ ਉਹ ਫਿਰ ਉੱਚੀ ਉੱਚੀ ਰੋਂਦਾ ਪ੍ਰਿਥੀ ਚੰਦ, ਨੇਤਰਾਂ ਚੋਂ ਹੰਝੂ ਜੇ ਵੀ ਵਹਾਉਂਦਾ ਹੈ। ਮਾਣੇ ਦਾ ਬੜਾ ਮੈਲ ਤੇ ਧੋਖੇ ਨਾਲ ਭਰਿਆ ਹੋਇਆ ਹੈ। ਮਹਾਦੇਵ ਨੇ ਪੁਨ ਸਮਝਾਇਓ। ਤੇ ਉਹ ਮਹਾਦੇਵ ਛੋਟੇ ਆ ਇਹ ਪ੍ਰਿਥੀ ਚੰਦ ਤੋਂ, ਉਹਨਾਂ ਵੀ ਪ੍ਰਿਥੀ ਚੰਦ ਨੂੰ ਆਖਿਆ, ਰੋਕਿਆ, ਸਮਝਾਇਆ। ਉਚਿਤ ਬੋਲੇ ਬੋ ਤੁਝ ਬਨ ਆਇਓ। ਵੀ ਇਹ ਵੱਡੇ ਭਰਾ ਤਾਂ ਪ੍ਰਿਥੀ ਚੰਦ ਜੀ ਵੀ ਹੁਣ ਇੱਥੇ ਆਪਾਂ ਆਏ ਆ, ਗੁਰੂ ਰਾਮਦਾਸ ਪਿਤਾ ਜਿਹੜੇ ਆ ਉਹ ਸੱਚਖੰਡ ਗਮਨ ਕੀਤੇ ਆ, ਸੰਗਤ ਜੁੜੀ ਹੋਈ ਹੈ। ਇੱਥੇ ਕੋਈ ਇਹੋ ਜਿਹਾ ਮੰਦ ਕਮੰਦ ਬੋਲ ਬੋਲਣਾ ਨਾ ਹੁਣ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ ਤੁਹਾਡੇ ਤਾਂ ਹੀ। ਦੂਰ ਦੂਰ ਕੇ ਨਰ ਸੁਨ ਕਰ ਕੈ। ਕਿਉਂਕਿ ਦੂਰੋਂ ਦੂਰੋਂ ਹੁਣ ਇੱਥੇ ਸੰਗਤਾਂ ਆਈਆਂ ਹੋਈਆਂ ਦੇਸ਼ਾਂ ਵਿਦੇਸ਼ਾਂ ਦੀਆਂ, ਉਹ ਜਦੋਂ ਤੁਹਾਡੀ ਐਵੇਂ ਕੌੜੀ ਬੋਲੀ ਸੁਣਨਗੇ ਕਿਆ ਕਹੈ ਤਵ ਬਾਕ ਸਿਮਰ ਕੈ। ਤੇ ਘਰੇ ਜਾ ਕੇ ਤੇਰੀਆਂ ਗੱਲਾਂ ਯਾਦ ਕਰ ਕਰਕੇ ਤੇ ਕੀ ਤੈਨੂੰ ਸ਼ੋਭਾ ਦੇਣਗੇ, ਸ਼ਾਬਾਸ਼ ਦੇਣਗੇ ਭਲਾ। ਇਸ ਕਰਕੇ ਮਿੱਠਾ ਬੋਲੋ, ਇੱਕ ਵਾਰੀ ਟਲ ਜਾਓ। ਬਾਬਾ ਮਹਾਦੇਵ ਜੀਆਂ ਰੋਕਿਆ ਹੈ। ਸ਼੍ਰੀ ਅਰਜਨ ਸੁਨ ਤੂਸ਼ਨ ਠਾਨੀ। ਸਾਹਮਣੇ ਗੁਰੂ ਅਰਜਨ ਦੇਵ ਮਹਾਰਾਜ ਵੀ ਸੰਗਤ ਵਿੱਚ ਬੈਠੇ ਹੋਏ ਆ। ਇਹ ਮੂੰਹ ਤੇ ਹੀ ਰੌਲਾ ਪਾਉਂਦਾ ਵੀ ਇਹਨਾਂ ਜ਼ਹਿਰ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਕੇ ਜਹਾਜ਼ ਹੈ। ਸਤਿਗੁਰੂ ਐਨ ਇੱਕ ਰਸ ਚੌਂਕੜਾ ਲਾ ਬੈਠੇ ਹੋਏ, ਕੁਝ ਨਹੀਂ ਬੋਲੇ ਆ। ਔਰ ਸੀਤਲ ਨਿਤ ਆਤਮ ਗਿਆਨੀ। ਕਿਉਂਕਿ ਹਿਰਦੇ ਦੇ ਬੜੇ ਸੀਤਲ ਠੰਡੇ ਆ ਤੇ ਨਿਤਾ ਪ੍ਰਤੀ ਆਤਮ ਗਿਆਨੀ ਆ ਗੁਰੂ ਅਰਜਨ ਦੇਵ ਜੀ ਮਹਾਰਾਜ। ਬਹੁ ਲੋਕਨ ਤਿਹ ਕੋ ਸਮਝਾਵਾ। ਤੇ ਬੜੇ ਸਿੱਖ ਸੰਗਤ ਜਿਹੜੇ ਕੋਈ ਸਿਆਣੇ ਆ ਨਾ, ਸਿੱਖਾਂ ਨੇ ਪ੍ਰਿਥੀ ਚੰਦ ਨੂੰ ਰੋਕਿਆ, ਸਮਝਾਇਆ, ਬੁਝਾਇਆ ਹੈ। ਰਹਿਓ ਤਹਾਂ ਬੜ ਚਿੰਤ ਉਪਾਵਾ। ਤੇ ਫਿਰ ਇੱਥੇ ਬੜੀ ਮਨ 'ਚ ਚਿੰਤਾ ਜੀ ਰੱਖ ਕੇ ਤੇ ਕਹਿੰਦਿਆਂ ਕਹਾਉਂਦਿਆਂ ਰਹਿ ਪਿਆ। ਪਹਿਲਾਂ ਮੁੜਦਾ ਸੀ ਤੇ ਫਿਰ ਸੰਗਤਾਂ ਕਹਿ ਕਵਾ ਕੇ ਵੀ ਤੂੰ ਵੱਡਾ ਪੁੱਤਰ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ, ਤੇ ਕਹਿ ਕਵਾ ਕੇ ਇੱਥੇ ਗੋਇੰਦਵਾਲ ਸਾਹਿਬ ਰੱਖ ਲੈਣਾ ਕੀਤਾ ਹੈ। ਲੈ ਹੋ ਪਾਗ ਸਬਨ ਤੇ ਇਹਾਂ। ਤੇ ਮਨ ਵਿੱਚੋਂ ਇਹ ਹੈ ਵੀ ਚਲੋ ਵੀ ਰਹਿਣਾ ਇਹਨੇ ਕਾਹਦਾ ਸੀਗਾ। ਤੇ
ਤੇ ਉਹ ਮਨ ਵਿੱਚ ਵੀ ਇਹ ਵਿਚਾਰ ਆਏ ਵੀ ਜੇ ਸੰਗਤ ਰੋਕਦੀ ਰਹਿ ਪਈ ਇਹ ਮਾੜਾ ਵੀ ਕੀ ਆ ਵੀ ਮਹਾਰਾਜ ਦੇ ਦੁਸ਼ਹਿਰੇ ਤੇ ਜਦੋਂ ਪੱਗ ਵੱਜੇਗੀ ਉਹ ਤਾਂ ਵੱਡੇ ਨੂੰ ਵੱਜਣੀ ਹੈ ਤੇ ਪੱਗ ਲਵਾਂਗੇ। ਉਹ ਪੱਗ ਲੈਣ ਦੀ ਇੱਛਾ ਰੱਖ ਕੇ ਪ੍ਰਿਥੀ ਚੰਦ ਇੱਥੇ ਰਹਿ ਪਿਆ ਗੋਇੰਦਵਾਲ। ਜਾਂ ਤੇ ਰਹਿਤ ਭਇਓ ਦੁਖ ਮਹਾ, ਤੇ ਉਸ ਤਰ੍ਹਾਂ ਹੈ ਬੜਾ ਦੁਖੀ, ਸੜਿਆ ਬਲਿਆ ਹੋਇਆ ਹੈ। ਇਸ ਬਿਦ ਬਸ ਕੈ ਗੋਇੰਦਵਾਲ, ਤੋ ਇਸ ਤਰ੍ਹਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ ਪ੍ਰਿਥੀ ਚੰਦ ਰੁਕਿਆ ਹੈ। ਦੁਆਦਸ ਦਿਵਸਨ ਕੋ ਤਹਿ ਟਾਲ, ਜਦੋਂ ਕੋ 12 ਕੁ ਦਿਨ ਬਤੀਤ ਹੋਏ ਹਨ, ਟਾਲਿਆ ਔਖਾ ਸੌਖਾ 12 ਕੁ ਦਿਨ ਇੱਥੇ ਕੱਢੇ ਹਨ। ਤ੍ਰਉਦਸ ਮੇ ਮਹਿ ਕ੍ਰਿਤ ਸਭ ਕੀਨ, ਜਦੋਂ ਕੋ 13ਵਾਂ ਕੁ ਦਿਨ ਹੋਇਆ ਤੇ ਉਹ ਸਾਰੀ ਕਿਰਿਆ ਜਿਹੜੀ ਵੈ ਉਹ ਕਰਨੀ ਕੀਤੀ ਆ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੀਕਰ ਜਾਂ 6ਵੇਂ ਪਾਤਸ਼ਾਹ ਮਹਾਰਾਜ ਨੇ ਇਹ ਵਿਧਾਨ ਬੰਨਿਆ ਸੀ ਦੁਸਹਿਰੇ ਦਾ। ਉਹ ਐਉਂ ਸੀ ਵੀ ਪੰਡਤ ਕੋਈ ਆ ਕੇ 6ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਉਹ ਸੁਣਾਉਂਦਾ ਸੀ ਕਥਾ ਗਰੜ ਪੁਰਾਣ ਦੀ ਵੀ ਉਹ ਜਿਹੜਾ ਹੈ ਵੀ ਸ਼ੂਦਰ ਜਿਹੜਾ ਉਹਦੀ ਕਲਿਆਣ ਨਹੀਂ ਹੁੰਦੀ ਜਾਂ 30 ਦਿਨ ਉਹ ਸੂਤਕ ਰਹਿੰਦਾ ਉਹਦਾ ਘਰ ਪਿੱਟਿਆ ਰਹਿੰਦਾ। ਵੈਸ ਜਿਹੜੇ ਆ ਉਹ 17 ਦਿਨ ਤੇ ਖੱਤਰੀ 13 ਦਿਨ ਤੇ ਬ੍ਰਾਹਮਣ ਦੀ 11 ਦਿਨਾਂ ਬਾਅਦ ਅੰਤਮ ਕਿਰਿਆ ਹੋਵੇ ਤੇ ਇਹਦਾ ਕਲਿਆਣ ਹੁੰਦਾ। ਤੋ ਫਿਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਿਆ ਸੀ ਕਿ ਫਿਰ ਸਿੱਖ 10ਵੇਂ ਦਿਨ ਜਿਹੜਾ ਉਹ ਕਿਰਿਆ ਕਰਿਆ ਕਰਨਗੇ ਕਿਉਂਕਿ ਸਿੱਖ ਸਾਰਿਆਂ ਤੋਂ ਸ਼੍ਰੇਸ਼ਟ ਹੈ। ਤੋ 10ਵੇਂ ਪਾਤਸ਼ਾਹ ਦੇ ਸਮੇਂ ਫਿਰ ਇਹ ਪੂਰਨ ਮਰਿਆਦਾ ਬਣ ਦਿੱਤੀ ਸੀ। ਪਹਿਲਾਂ ਇਸ ਤਰ੍ਹਾਂ ਹੀ ਜਿਵੇਂ ਉਹ ਸਮਾਂ ਸੀ ਉਦੋਂ ਇਸ ਤਰ੍ਹਾਂ ਹੀ ਕਰ ਲਿਆ ਜਾਂਦਾ ਸੀ। ਉਹ ਕਵੀ ਜੀ ਦੁਸਹਿਰਾ ਕਹੋ ਚਾਹੇ 14ਵੇਂ ਦਿਨ ਕਹੋ ਵੀ ਇਸ ਤਰ੍ਹਾਂ 14ਵੇਂ ਦਿਨ ਦੀ ਜਿਹੜੀ ਕਿਰਿਆ ਜਦੋਂ ਇਹ ਆਇਆ ਦਿਨ ਜਾਂ ਇੱਥੇ 13ਵੇਂ 13ਵਾਂ ਦਿਨ ਆ ਰਿਹਾ ਤੋ ਸਾਰੀ ਉਹ ਕਿਰਿਆ ਜਿਹੜੀ ਹੈ ਉਹ ਜਾਣੀ ਹੈ ਵੀ 4 ਦਿਨ ਪਹਿਲੇ ਜਾਣੋ 13 ਹੈ ਵੀ 17 ਹੀ ਹੋ ਗਏ। ਇਹ ਸਾਰੀ ਜਿਹੜੀ ਅੰਤਮ ਕਿਰਿਆ ਉਹ ਹੋਣੀ ਹੈ। ਅਰਦਾਸ ਬੇਨਤੀ ਆਦਿਕ ਜਥਾ ਜੋਗ ਜੈਸੇ ਕਹਿ ਦੀਨ, ਤੇ ਇਸ ਤਰ੍ਹਾਂ ਫਿਰ ਜਿਹੜਾ ਵਾ ਉਹ ਜਥਾ ਯੋਗ ਸੀਗਾ ਉਹੋ ਜੇ ਬਚਨ ਹੋ ਰਹੇ ਹਨ ਸਭ ਸੰਗਤਾਂ ਵੱਲੋਂ। ਤਬੈ ਮੋਹਰੀ ਮਿਲ ਸਭ ਸੰਗ, ਤੇ ਸਾਰੇ ਸਿੱਖ ਆਪਸ ਵਿੱਚ ਇਸ ਤਰ੍ਹਾਂ ਬਚਨ ਵਿਲਾਸ ਕਰਦੇ ਵੀ ਜਦੋਂ ਮਹਾਰਾਜ ਦੇ ਅੰਤਮ ਕਿਰਿਆ ਦਾ ਉਹ ਸਮਾਂ ਆਇਆ ਹੈ ਬਾਬਾ ਮੋਹਰੀ ਜੀ ਸਭ ਸੰਗਤਾਂ ਦੇ ਨਾਲ ਮਿਲੇ ਐ ਤੇ ਇਸ ਤਰ੍ਹਾਂ ਆਖਦੇ ਐ ਕਹਿਓ ਬੰਧਾਵਨ ਪਾਗ ਪ੍ਰਸੰਗ, ਵੀ ਸਭ ਸੰਗਤਾਂ ਨੂੰ ਜਿਵੇਂ ਆਪਸ ਵਿੱਚ ਮਿਲੀਆਂ ਤੇ ਸੰਗਤਾਂ ਨੇ ਬਾਬਾ ਮੋਹਰੀ ਜੀਆਂ ਨੂੰ ਆਖਿਆ ਜਾਂ ਬਾਬਾ ਮੋਹਰੀ ਜੀਆਂ ਸੰਗਤ ਨੂੰ ਆਖਿਆ ਵੀ ਹੁਣ ਪੱਗ ਦਾ ਪ੍ਰਸੰਗ ਭਾਈ ਕਿਵੇਂ ਕਰਨਾ ਵੀ ਜਿਹੜੀ ਸਤਿਗੁਰੂ ਰਾਮਦਾਸ ਮਹਾਰਾਜ ਤੋਂ ਅੱਗੇ ਹੁਣ ਜਿਹੜੀ ਪੱਗ ਹੈ ਉਹਦਾ ਪ੍ਰਸੰਗ ਕਿਵੇਂ ਕਰਨਾ ਹੈ ਕੀ ਤਰੀਕਾ ਵਰਤਣਾ ਰੀਤ ਵਰਤਣੀ ਹੈ। ਸ਼੍ਰੀ ਗੁਰੂ ਰਾਮਦਾਸ ਜਿਮ ਭਾਖਾ, ਤੇ ਫਿਰ ਨਾਲ ਸੰਗਤਾਂ ਦੀ ਜਦੋਂ ਸਲਾਹ ਹੁੰਦੀ ਤੇ ਨਾਲ ਹੀ ਬਾਬਾ ਮੋਹਰੀ ਜੀ ਇਹ ਵੀ ਕਹਿ ਦਿੱਤਾ ਵੀ ਐਂ ਆ ਵੀ ਜਿਵੇਂ ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਕੇ ਗਏ ਹਨ ਹਮ ਤੋ ਕਰਹਿ ਤਥਾ ਅਭਿਲਾਖਾ, ਅਸੀਂ ਤਾਂ ਉਵੇਂ ਹੀ ਕਰਨ ਦੀ ਇੱਛਾ ਰੱਖਦੇ ਹਾਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਆਪਣਾ ਸਭ ਕੁਝ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇ ਕੇ ਗਏ ਆ ਛੋਟੇ ਸਾਹਿਬਜ਼ਾਦਿਆਂ ਨੂੰ। ਤੇ ਸਾਡੀ ਵੀ ਹੁਣ ਇੱਛਾ ਇਹੀ ਹੈ ਵੀ ਜਿਵੇਂ ਗੁਰੂ ਰਾਮਦਾਸ ਮਹਾਰਾਜ ਕਹਿ ਕੇ ਗਏ ਨੇ ਅਸੀਂ ਉਸੇ ਤਰ੍ਹਾਂ ਹੀ ਕਰਨ ਦੀ ਇੱਛਾ ਰੱਖਦੇ ਹਾਂ। ਬ੍ਰਿਧ ਨੇ ਭੰਨਿਓ ਗੁਰੂ ਜਿਸ ਆਏ ਸੋ, ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਖੜੇ ਹੋ ਕੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੇਖੋ ਸੰਗਤ ਜੀ ਜਿਵੇਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਆਗਿਆ ਹੋਈ ਸੀ ਭਾਵ ਸ਼੍ਰੀ ਅਰਜਨ ਦੇਵ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਤਾਈ ਤੁਮਹਿ ਉਚਿਤ ਪਿਤ ਥਾਨ ਬਿਠਾਏ ਸੋ, ਵੀ ਉਹ ਬਾਬਾ ਮੋਹਰੀ ਜੀ ਨੂੰ ਫਿਰ ਕਹਿੰਦੇ ਆ ਬਾਬਾ ਬੁੱਢਾ ਸਾਹਿਬ ਜੀ ਕਿ ਬਾਬਾ ਮੋਹਰੀ ਜੀ ਵੀ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਦੀ ਬਾਂਹ ਫੜਾ ਕੇ ਗਏ ਆ ਤੇ ਤੁਸੀਂ ਵੇਖੋ ਹੁਣ ਵੀ ਕਿਉਂਕਿ ਵੱਡੇ ਹੋ ਸਿਆਣੇ ਹੋ ਆਪ ਤੇ ਜੋ ਕਿਰਿਆ ਕਰਨੀ ਪੱਗ ਦੀ ਰਸਮ ਉਹ ਤੁਸਾਂ ਕਰਨੀ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਆਪ ਜੀ ਕਰ ਲੈਣਾ ਕਰੋ। ਸ਼੍ਰੀ ਗੁਰੂ ਅਮਰ ਅੰਸ਼ ਤੁਮ ਅਹੋ, ਕਿਉਂਕਿ ਤੁਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਅੰਸ਼ ਹੋ ਸਾਹਿਬਜ਼ਾਦੇ ਛੋਟੇ ਹੋ। ਜਥਾ ਜੋਗ ਕੀਜੈ ਜਿਮ ਲਹੋ, ਤੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਪੱਗ ਦੀ ਰਸਮ ਤੁਸੀਂ ਕਰਨੀ ਹੈ ਉਸੇ ਤਰ੍ਹਾਂ ਹੀ ਕਰ ਲੈਣਾ ਕਰੋ ਜੀ। ਬਾਹਰ ਮੋਹਰੀ ਸੁਨ ਕੇ ਕਹਿਓ, ਬਾਬਾ ਜੀ ਤੋਂ ਸੁਣ ਕੇ ਧੰਨ ਬਾਬਾ ਮੋਹਰੀ ਜੀ ਬੋਲੇ ਆ ਨੀਕੇ ਤਥਾ ਜਥਾ ਤੁਮ ਲਹਿਓ। ਹਾਂਜੀ ਬਾਬਾ ਜੀ ਜਿਵੇਂ ਫਿਰ ਤੁਸੀਂ ਜਾਣਿਆ ਇਹੀ ਰੀਤ ਮਰਿਆਦਾ ਚੰਗੀ ਹੈ। ਤਉ ਸੋ ਪ੍ਰਿਥਿਆ ਵੱਡ ਹੰਕਾਰੀ, ਇਸ ਤਰ੍ਹਾਂ ਬੋਲੇ ਹੈ ਬਾਬਾ ਮੋਹਰੀ ਜੀ। ਪ੍ਰਿਥੀ ਚੰਦ ਸੁਣਦਾ ਵੀ ਮੇਰਾ ਕੋਈ ਨਾਂ ਨਹੀਂ ਲੈਂਦਾ ਵੀ ਮੈਂ ਤਾਂ 12-14 ਦਿਨ ਇੱਥੇ ਬੈਠਾ ਹੋਇਆ ਪੱਗ ਦੀ ਇੱਛਾ ਰੱਖ ਕੇ ਤੇ ਬੜਾ ਹੰਕਾਰੀ ਹੈ ਇਸ ਤਰ੍ਹਾਂ ਬੋਲਿਆ ਹੈ। ਜਾਂ ਪ੍ਰਿਥੀ ਚੰਦ ਉੱਥੇ ਨਾਂ ਹੈ ਨਹੀਂ ਸੀ
ਤੇ ਇਹ ਸਲਾਹ ਆਪਸ ਵਿੱਚ ਸੰਗਤਾਂ ਕਰ ਰਹੀਆਂ ਜਾਣੋ। ਜਦੋਂ ਬਾਬਾ ਬੁੱਢਾ ਸਾਹਿਬ ਜੀ ਆਖਿਆ ਵੀ ਜਿਵੇਂ ਬਾਬਾ ਮੋਹਰੀ ਜੀ ਤੁਸੀਂ ਕਰੋ ਉਸ ਤਰ੍ਹਾਂ ਹੀ ਠੀਕ ਹੈ, ਤੇ ਬਾਬਾ ਮੋਹਰੀ ਜੀ ਕਹਿੰਦੇ ਆ ਵੀ ਠੀਕ ਤਾਂ ਫਿਰ ਐ ਵੀ ਜਿਹੜਾ ਪ੍ਰਿਥੀ ਚੰਦ ਹੈ ਤਾਂ ਉਹ ਵੱਡਾ, ਤੇ ਪਰ ਹੈ ਬੜਾ ਹੰਕਾਰੀ, ਮਨ ਕਰਕੇ ਬਹੁਤ ਵਿਗੜਿਆ ਹੋਇਆ ਹੈ ਦਰਬ ਅਧਿਕ ਤੇ ਗਰਬਤ ਭਾਰੀ। ਤੇ ਬੜਾ ਭਾਰੀ ਹੰਕਾਰ ਕਰਦਾ, ਪੈਸਾ ਬਹੁਤ ਹੋਣ ਕਰਕੇ ਬੜਾ ਹੰਕਾਰੀ ਹੈ, ਬੜਾ ਹਿਰਦੇ ਕਰਕੇ ਹੰਕਾਰਿਆ ਆਫਰਿਆ ਹੈ। ਬੁਰੋ ਪ੍ਰਹਿ ਸਭ ਹਿਨ ਕੇ ਸੰਗ। ਵੀ ਜੇ ਆਪਾਂ ਅਰਜਨ ਦੇਵ ਜੀ ਭਾਵ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਗੱਲ ਕਰਦੇ ਹੋ ਨਾ ਤੁਸੀਂ ਬਾਬਾ ਬੁੱਢਾ ਸਾਹਿਬ ਜੀ, ਵੀ ਜਿਵੇਂ ਗੁਰੂ ਰਾਮਦਾਸ ਜੀ ਕਹਿ ਕੇ ਗਏ ਆਪਾਂ ਉਵੇਂ ਕਰੀਏ, ਵੀ ਕਰ ਤਾਂ ਦਿੰਦੇ ਆ, ਤੇ ਪ੍ਰਿਥੀ ਚੰਦ ਦਾ ਕੀ ਕਰਾਂਗੇ, ਉਹ ਵੀ ਆਇਆ ਬੈਠਾ ਤੇ ਹੈ ਬੜਾ ਹੰਕਾਰੀ, ਤੇ ਉਹ ਤਾਂ ਇੱਥੇ ਸੰਗਤ ਵਿੱਚ ਹੀ ਉਹਨੇ ਲੱਗ ਪੈਣਾ, ਉਹਨੇ ਕੋਈ ਵੇਖਣਾ ਨਹੀਂ ਅੱਗਾ ਪਿੱਛਾ, ਤੋ ਸਾਰਿਆਂ ਦੇ ਨਾਲ ਉਹ ਭੈੜਾ ਪਵੇਗਾ ਪ੍ਰਿਥੀ ਚੰਦ ਜੋ ਹੈ। ਕਹਿਨ ਕਠੋਰ ਸੁਭਾਏ ਕੁਟਾਂਗ। ਕਿਉਂਕਿ ਉਹ ਐਸਾ ਹੀ ਆ, ਉਹ ਬੋਲਣ ਦੀ ਕੋਈ ਜਾਚ ਬਹੁਤੀ ਅਕਲ ਮਤ ਨਹੀਂ ਹੈ, ਜੋ ਮੂੰਹ ਚ ਆਉਂਦਾ ਉਹੀ ਬਕ ਦਿੰਦਾ ਹੈ। ਸੁਭਾਅ ਜੀ ਦਾ ਬੜਾ ਭੈੜਾ ਕਰੜਾ ਹੈ। ਦਵੈਸ਼ ਰਚਹਿ ਗੋ ਸੰਗ ਹਮਾਰੇ। ਤੇ ਜੇ ਆਪਾਂ ਇਹ ਦਸਤਾਰਬੰਦੀ ਗੁਰੂ ਰਾਮਦਾਸ ਮਹਾਰਾਜ ਜੀ ਜਿਵੇਂ ਆਖ ਕੇ ਗਏ ਵੀ ਕਰ ਦਿੰਨੇ ਆਪਾਂ, ਗੁਰੂ ਅਰਜਨ ਦੇਵ ਮਹਾਰਾਜ ਦਾ ਹੀ ਹੱਕ ਹੈ, ਪਰ ਪ੍ਰਿਥੀ ਚੰਦ ਸਾਰਿਆਂ ਦੇ ਨਾਲ ਹੀ ਆਪਣੇ ਨਾਲ ਫਿਰ ਵੈਰ ਕਰੇਗਾ, ਬੜੀ ਈਰਖਾ ਪਾਲੇਗਾ। ਇਹੀ ਲਹਿ ਗੋਇ ਨਹਿ ਬਿਗਾਰੇ। ਵੀ ਉਹਨੇ ਇਹੀ ਜਾਣਨਾ ਹੈ ਵੀ ਇਹ ਸਾਰਾ ਜਿਹੜਾ ਪਾਇਆ ਪਵਾੜਾ ਇਹਨਾਂ ਦਾ ਹੀ ਪਾਇਆ ਹੋਇਆ, ਭਾਵ ਕਿ ਕਹਿ ਕੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਯੋਗ ਵੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੁਣ ਕੇ ਗਏ ਹੈ, ਪਰ ਜੇ ਆਪਾਂ ਇਹ ਕਾਰਜ ਕਰ ਦਿੱਤਾ ਨਾ, ਦਸਤਾਰਬੰਦੀ ਕਰ ਦਿੱਤੀ, ਤੇ ਪ੍ਰਿਥੀ ਚੰਦ ਨੇ ਸਾਰਾ ਕਰਤਾ ਧਰਤਾ ਆਪਾਂ ਨੂੰ ਜਾਣਨਾ, ਤੇ ਪ੍ਰਿਥੀ ਚੰਦ ਇਹ ਹੀ ਆਖੇਗਾ ਵੀ ਜਾਣ ਬੁੱਝ ਕੇ ਇਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਹੈ। ਬਾਬਾ ਜੀ ਤੁਹਾਡਾ ਤੇ ਸਾਡਾ ਹੀ ਨਾਂ ਆਉਣਾ ਹੈ, ਜਾਂ ਤੇ ਬੈਠੋ ਸਭਾ ਲਗਾਏ। ਇਸ ਕਰਕੇ ਆਪਾਂ ਇਕੱਲੇ ਕਾਹਨੂੰ ਇਹ ਕੰਮ ਕਰਨਾ ਹੈ। ਤੇ ਇਹ ਜਿਹੜੀ ਵਾ ਉਹ ਚੰਗੀ ਗੱਲ ਬਣਦੀ ਹੈ ਵੀ ਆਪਾਂ ਸਭਾ ਸੱਦੀਏ, ਸਾਰੇ ਸਿੱਖ ਸੰਗਤ ਤੇ ਸਿਆਣੇ ਸੱਦ ਲਈਏ। ਪੂਰਬ ਲਖੀ ਹੈ ਤਾਹੇ ਸੁਭਾਏ। ਤੇ ਪਹਿਲਾਂ ਆਪਾਂ ਵੇਖੀਏ ਵੀ ਪ੍ਰਿਥੀ ਚੰਦ ਦਾ ਸੁਭਾਅ ਕੀ ਹੈ, ਵੀ ਪ੍ਰਿਥੀ ਚੰਦ ਕੀ ਬੋਲਦਾ, ਇਹ ਆਪਾਂ ਜਾਣ ਲਈਏ ਪਹਿਲਾਂ ਹੀ। ਕਿਵੇਂ ਬੋਲਹਿ ਪਾਰਖ ਕਰ ਲੀਜੈ। ਪਰਖ ਲਵਾਂਗੇ ਨਾ, ਨਾਲੇ ਸੰਗਤਾਂ ਵੇਖ ਲੈਣਗੀਆਂ ਵੀ ਇਹ ਬਾਬਾ ਬੁੱਢਾ ਸਾਹਿਬ ਜੀ ਜਾਂ ਮੋਹਰੀ ਜੀਆਂ ਨੇ ਪੱਗ ਜਿਹੜੀ ਹੈ ਉਹ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਕਿਉਂ ਨਹੀਂ ਸਜਾਈ, ਉਹ ਸੰਗਤ ਵੇਖ ਹੀ ਲੈਣਾ, ਕਿਉਂਕਿ ਇਹਨੇ ਟਲਣਾ ਹੈ ਨਹੀਂ, ਸੰਗਤ ਵਿੱਚ ਬੱਕੜਬਾਦ ਕਰੇਗਾ, ਤੇ ਆਪੇ ਸੰਗਤ ਸਮਝ ਲਵੇਗੀ ਵੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਜੋ ਕੀਤਾ ਹੈ ਨਾ, ਯੋਗ ਵੇਖ ਕੇ ਅਰਜਨ ਦੇਵ ਜੀ ਨੂੰ ਇਹ ਸਾਰਾ ਕੁਝ ਦੇ ਕੇ ਗਏ ਆ। ਇਸ ਲਈ ਆਪਾਂ ਸਭਾ ਬੁਲਾਈਏ, ਤੇ ਆਪੇ ਹੀ ਜਿਹੜਾ ਵੇ ਉੱਥੇ ਪਰਖ ਹੋ ਜਾਵੇਗੀ ਪ੍ਰਿਥੀ ਚੰਦ ਦੀ ਸੰਗਤ ਵਿੱਚ ਵੀ। ਬਾਹਰੋਂ ਪਾਗ ਬੰਧਾਏ ਥਪੀਜੈ। ਤੇ ਬਾਹਰੋਂ ਫਿਰ ਜਿਵੇਂ ਠੀਕ ਲੱਗਾ ਆਪਾਂ ਉਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਸਤਾਰਬੰਦੀ ਕਰਕੇ ਥਾਪ ਦੇਵਾਂਗੇ। ਦਵੈਸ਼ੀ ਮਹਾ ਨ ਮ੍ਰਿਦਰ ਸੁਭਾਉ। ਕਿਉਂਕਿ ਬੜਾ ਈਰਖਾ ਨਾਲ ਭਰਿਆ ਹੋਇਆ ਪ੍ਰਿਥੀ ਚੰਦ, ਸੁਭਾਅ ਜੀ ਦਾ ਕੂਲਾ ਨਹੀਂ, ਬੜਾ ਕਠੋਰ ਹੈ। ਪਰ ਜਸ ਤੇ ਅਤਿਸ਼ੈ ਤਪਤਾਉ। ਤੇ ਕਿਉਂਕਿ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇੱਥੇ ਵਡਿਆਈ ਹੋਈ, ਤੇ ਪ੍ਰਿਥੀ ਚੰਦ ਦਾ ਉਹੀ ਕਲੇਜਾ ਸੜ ਜਾਣਾ ਹੈ, ਇੱਥੇ ਹੀ ਜਿਹੜਾ ਵਾ ਉਹ ਪਰਾਏ ਦਾ ਸੋਭਾ ਵੇਖ ਕੇ ਸੜ ਬਲ ਜਾਂਦਾ ਹੈ। ਇਮ ਵਿਚਾਰ ਥਾਪੀ ਦਰਬਾਰ। ਇਸ ਤਰ੍ਹਾਂ ਕਹਿ ਕੇ ਨਾ ਵਿਚਾਰ ਕਰਕੇ ਬਾਬਾ ਮੋਹਰੀ ਜੀ ਔਰ ਬਾਬਾ ਬੁੱਢਾ ਸਾਹਿਬ ਜੀਆਂ ਨੇ ਦਰਬਾਰ ਸਜਾ ਲਿਆ, ਭਾਵ ਸਭ ਸੰਗਤਾਂ ਨੂੰ ਸੱਦ ਲਿਆ, ਸਭਾ ਸਜ ਗਈ ਹੈ। ਬੈਠੇ ਲਾਗ ਵੱਡ ਸਭਾ ਮਝਾਰ। ਛੋਟੇ ਵੱਡੇ ਸਾਰੀ ਸਿੱਖ ਸੰਗਤ, ਜਿੱਥੇ ਬੌਲੀ ਸਾਹਿਬ ਦਾ ਸਥਾਨ ਲਾਗੇ ਹੁਣ ਦਰਬਾਰ ਬਣਿਆ ਹੋਇਆ, ਇੱਥੇ ਆ ਗਏ ਸਭ ਸੰਗਤਾਂ, ਸੋਹਣੀ ਸਭਾ ਦਰਬਾਰ ਸਜਿਆ ਹੈ।